ਹੈਲੋ ਗਾਇਸ, ਉਮੀਦ ਹੈ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ। ਕੱਲ੍ਹ ਅਸੀਂ ਗਰੋਥ ਐਂਡ ਡਿਵੈਲਪਮੈਂਟ ਦੇ ਪ੍ਰਿੰਸੀਪਲਸ ਕੀਤੇ ਸੀ, ਵਾਧੇ ਅਤੇ ਵਿਕਾਸ ਦੇ ਸਿਧਾਂਤ। ਅੱਜ ਆਪਾਂ ਹੈਰੀਡਿਟੀ ਐਂਡ ਇਨਵਾਇਰਨਮੈਂਟ ਚੈਪਟਰ ਕਰਾਂਗੇ। ਇਹ ਚੈਪਟਰ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸੋ ਤੁਸੀਂ ਸਾਰਿਆਂ ਨੇ ਧਿਆਨ ਦੇ ਨਾਲ ਸੁਣਨਾ ਹੈ। ਆਪਾਂ ਕੋਈ ਵੀ ਟੌਪਿਕ ਨਹੀਂ ਛੱਡਣਾ, ਆਪਾਂ ਸਾਰੇ ਟੌਪਿਕ ਕਲੀਅਰ ਕਰਨੇ ਨੇ, ਇਸ ਲਈ ਹਰ ਇੱਕ ਟੌਪਿਕ ਹੀ ਆਪਣੇ ਲਈ ਕੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਸ਼ੁਰੂਆਤ ਕਰਦੇ ਹਾਂ। ਹੈਰੀਡਿਟੀ ਕੀ ਹੁੰਦੀ ਹੈ? ਆਪਣਾ ਅਨੁਵੰਸ਼। ਇਸ ਨੂੰ ਵਿਰਸਾ ਵੀ ਕਿਹਾ ਜਾ ਸਕਦਾ ਹੈ ਅਤੇ ਜੱਦ ਵੀ ਕਿਹਾ ਜਾ ਸਕਦਾ ਹੈ। ਕੀ ਕਿਹਾ ਜਾ ਸਕਦਾ ਹੈ? ਵਿਰਸਾ ਅਤੇ ਜੱਦ ਵੀ ਕਿਹਾ ਜਾ ਸਕਦਾ ਹੈ। ਉਸ ਦੇ ਉਲਟ ਇਨਵਾਇਰਮੈਂਟ ਕੀ ਹੈ? ਆਪਣਾ ਵਾਤਾਵਰਨ, ਜਿਹੜਾ ਕੀ ਹੈ ਆਪਣੇ ਆਲੇ ਦੁਆਲੇ ਹੁੰਦਾ ਹੈ, ਆਪਣਾ ਆਲਾ ਦੁਆਲਾ। ਠੀਕ ਹੈ ਜੀ, ਇਸ ਨੂੰ ਆਪਣਾ ਆਲਾ ਦੁਆਲਾ ਵੀ ਕਿਹਾ ਜਾ ਸਕਦਾ ਹੈ। ਜਿੱਥੇ ਆਪਾਂ ਰਹਿ ਰਹੇ ਹਾਂ ਉਹ ਕੀ ਹੈ? ਆਪਣਾ ਇਨਵਾਇਰਮੈਂਟ ਹੈ, ਜਿਹੜੀ ਜਗ੍ਹਾ ਦੇ ਵਿੱਚ। ਅਨੁਵੰਸ਼ ਕੀ ਹੈ? ਜਿਹੜੇ ਆਪਾਂ ਨੂੰ ਆਪਣੇ ਪੇਰੈਂਟਸ ਤੋਂ ਮਿਲਦਾ, ਆਪਣੇ ਗ੍ਰੈਂਡ ਪੇਰੈਂਟਸ ਤੋਂ ਮਿਲਦਾ, ਆਪਣੇ ਦਾਦਾ ਦਾਦੀ ਤੋਂ, ਆਪਣੇ ਮਾਤਾ ਪਿਤਾ ਤੋਂ। ਠੀਕ ਹੈ ਜੀ। ਅਨੁਵੰਸ਼ ਕੀ ਹੈ? ਕਹਿੰਦੇ ਸਥਿਰ ਰਹਿੰਦਾ ਹੈ, ਇਹ ਬਦਲਦਾ ਨਹੀਂ ਹੈਗਾ, ਇਹ ਹਮੇਸ਼ਾ ਕੀ ਹੈ? ਸੇਮ ਹੀ ਰਹਿੰਦਾ ਹੈ। ਹੁਣ ਆਪਾਂ ਦੇਖਿਆ ਹੀ ਹੈ, ਮਤਲਬ ਹੈ ਨਾ, ਇੱਕ ਘਰ ਦੇ ਵਿੱਚ ਮਤਲਬ ਕੀ ਹੈ, ਚਾਹੇ ਕਿੰਨੀਆਂ ਵੀ ਜਨਰੇਸ਼ਨਸ ਹੋਣ, ਕਹਿੰਦੇ ਉਹਨਾਂ ਦਾ ਜਿਹੜਾ ਵੰਸ਼ ਹੈ, ਉਹਨਾਂ ਦਾ ਜਿਹੜਾ ਅਨੁਵੰਸ਼ ਹੈ, ਉਹਨਾਂ ਦਾ ਜਿਹੜਾ ਵਿਰਸਾ ਹੈ, ਉਹ ਬਦਲਦਾ ਨਹੀਂ ਹੈਗਾ। ਘਰ ਟੂ ਘਰ ਚੇਂਜ ਹੋ ਸਕਦਾ ਹੈ, ਕਿ ਘਰ ਤੋਂ ਘਰ ਚੇਂਜ ਹੁੰਦਾ ਹੀ ਹੈ ਵਿਰਸਾ, ਪਰ ਇੱਕ ਘਰ ਦੇ ਵਿੱਚ ਹਮੇਸ਼ਾ ਹੀ ਸੇਮ ਰਹਿੰਦਾ। ਚਾਹੇ ਕਿੰਨੀਆਂ ਵੀ ਜਨਰੇਸ਼ਨਸ ਆ ਜਾਣ, ਉਹਨਾਂ ਦਾ ਵਿਰਸਾ ਹਮੇਸ਼ਾ ਹੀ ਕੀ ਰਹੂਗਾ? ਸੇਮ ਰਹੂਗਾ। ਇਸ ਨੂੰ ਬਦਲਿਆ ਨਹੀਂ ਜਾ ਸਕਦਾ ਹੈਗਾ। ਉਸ ਤੋਂ ਬਾਅਦ ਕੀ ਹੈ? ਵਾਤਾਵਰਨ ਬਦਲਦਾ ਰਹਿੰਦਾ। ਇਹ ਕਹਿੰਦੇ ਵਾਤਾਵਰਨ ਹੈ ਜਿਹੜਾ ਆਪਣਾ ਚੇਂਜ ਹੁੰਦਾ ਰਹਿੰਦਾ ਹੈ। ਹੁਣ ਆਪਾਂ ਦੇਖਦੇ ਹਾਂ, ਆਪਾਂ ਮਤਲਬ ਮੰਨ ਲਓ ਹੁਣ ਕਿਤੇ ਰਹਿ ਰਹੇ ਹਾਂ, ਉੱਥੋਂ ਦਾ ਵਾਤਾਵਰਨ ਅਲੱਗ ਹੈ, ਪਰ ਆਪਾਂ ਕਿਤੇ ਹੋਰ ਜਾ ਕੇ ਰਹਿੰਦੇ ਹਾਂ ਤਾਂ ਉੱਥੋਂ ਦਾ ਵਾਤਾਵਰਨ ਅਲੱਗ ਹੈ। ਮੰਨ ਲਓ ਹੁਣ ਆਪਾਂ ਪੰਜਾਬ ਦੇ ਵਿੱਚ ਰਹਿ ਰਹੇ ਹਾਂ, ਪੰਜਾਬ ਦਾ ਵਾਤਾਵਰਨ ਹੈ ਜਿਹੜਾ ਇਹ ਅਲੱਗ ਹੈ। ਆਪਾਂ ਰਾਜਸਥਾਨ ਦੇ ਵਿੱਚ ਚਲੇ ਜਾਈਏ, ਉੱਥੋਂ ਦਾ ਵਾਤਾਵਰਨ ਅਲੱਗ ਹੈ। ਹੁਣ ਅੱਜ ਕੱਲ੍ਹ ਕੈਨੇਡਾ ਜਾਣ ਦਾ ਬਹੁਤ ਰੁਝਾਨ ਹੈ ਨਾ। ਪੰਜਾਬ ਦੇ ਵਿੱਚ ਤਾਂ ਵਾਤਾਵਰਨ ਅਲੱਗ ਹੈ, ਬਟ ਕੈਨੇਡਾ ਦੇ ਵਿੱਚ ਜਿਹੜਾ ਉਹ ਵਾਤਾਵਰਨ ਕੀ ਹੈ? ਬਿਲਕੁਲ ਡਿਫਰੈਂਟ ਹੈ। ਤਾਂ ਦੋਨੋਂ ਦਾ ਜਿਹੜਾ ਵਾਤਾਵਰਨ ਹੈ ਉਹ ਅਲੱਗ-ਅਲੱਗ ਹੋ ਗਿਆ। ਤਾਂ ਆਪਾਂ ਨੂੰ ਇੱਥੋਂ ਕੀ ਕਲੀਅਰ ਹੁੰਦਾ ਕਿ ਵਾਤਾਵਰਨ ਬਦਲ ਸਕਦਾ ਹੈ, ਪਰ ਹੈਰੀਡਿਟੀ ਨਹੀਂ ਬਦਲ ਸਕਦੀ। ਹੁਣ ਜਿਹੜਾ ਬੰਦਾ ਪੰਜਾਬ ਦੇ ਵਿੱਚ ਰਹਿ ਰਿਹਾ ਹੈ, ਉਹਦੇ ਮਾਤਾ ਪਿਤਾ ਵੀ ਉਹੀ ਰਹਿਣਗੇ, ਉਹਦੀਆਂ ਆਦਤਾਂ, ਉਹਦੀ ਸ਼ਕਲ ਉਹੀ ਰਹੂਗੀ। ਜਿਹੜਾ ਬੰਦਾ ਰਾਜਸਥਾਨ ਦੇ ਵਿੱਚ ਰਹਿ ਰਿਹਾ ਹੈ, ਗੁਜਰਾਤ ਦੇ ਵਿੱਚ ਰਹਿ ਰਿਹਾ ਹੈ, ਉਹੀ ਸੇਮ ਬੰਦਾ ਜਾ ਕੇ, ਅਗਰ ਉਹ ਰਾਜਸਥਾਨ ਵਿੱਚ ਰਹਿ ਰਿਹਾ ਹੈ, ਗੁਜਰਾਤ ਵਿੱਚ ਰਹਿ ਰਿਹਾ ਹੈ ਔਰ ਕੈਨੇਡਾ ਵਿੱਚ ਰਹਿ ਰਿਹਾ, ਤਾਂ ਉਹਨਾਂ ਦਾ ਜਿਹੜਾ ਹੈਰੀਡਿਟੀ ਉਹ ਤਾਂ ਸੇਮ ਰਹੂਗੀ, ਬਟ ਉਹਨਾਂ ਦਾ ਜਿਹੜਾ ਇਨਵਾਇਰਮੈਂਟ ਹੈ ਉਹ ਬਦਲ ਜੂਗਾ। ਉਹਦੀਆਂ ਰਹਿਣ ਸਹਿਣ ਦੀਆਂ ਆਦਤਾਂ ਬਦਲ ਸਕਦੀਆਂ, ਬਟ ਕੀ ਉਹਦਾ ਅਨੁਵੰਸ਼ ਕਦੇ ਵੀ ਚੇਂਜ ਨਹੀਂ ਹੋ ਸਕਦਾ, ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਚਲਾ ਜਾਵੇ। ਉਮੀਦ ਹੈ ਤੁਹਾਨੂੰ ਦੋਨਾਂ ਦੇ ਮੀਨਿੰਗ ਕੀ ਕਲੀਅਰ ਹੋ ਗਏ ਹੋਣਗੇ। ਆਪਾਂ ਅੱਗੇ ਇਹਨਾਂ ਦੀ ਡੀਪ ਸਟੱਡੀ ਕਰਦੇ ਹਾਂ। ਫਸਟ, ਹੈਰੀਡਿਟੀ ਕੀ ਹੈ? ਵਿਰਸੇ ਵਿੱਚ ਉਹ ਸਾਰੇ ਤੱਤ ਆ ਜਾਂਦੇ ਹਨ ਜਿਹੜੇ ਬੱਚੇ ਦੇ ਜਨਮ ਸਮੇਂ ਹੀ ਨਹੀਂ, ਸਗੋਂ ਉਸ ਦੇ ਗਰਭ ਵਿੱਚ ਆਉਣ ਸਮੇਂ ਤੋਂ ਹੀ ਮੌਜੂਦ ਹੁੰਦੇ ਹਨ। ਕਹਿੰਦੇ ਵਿਰਸੇ ਦੇ ਵਿੱਚ ਸਿਰਫ ਉਹੀ ਤੱਤ ਨਹੀਂ ਆਉਂਦੇ ਜਿਹੜੇ ਬੱਚੇ ਦੇ ਜਨਮ ਸਮੇਂ ਮੌਜੂਦ ਹੁੰਦੇ ਆ, ਬਲਕਿ ਇਹਦੇ ਵਿੱਚ ਉਹ ਸਾਰੇ ਤੱਤ ਵੀ ਆਉਂਦੇ ਆ ਜਿਹੜੇ ਕਿ ਉਹਦੇ ਗਰਭ ਵਿੱਚ ਆਉਣ ਸਮੇਂ ਮੌਜੂਦ ਹੁੰਦੇ ਆ। ਮਤਲਬ ਕਿ ਗਰਭ ਵਿੱਚ ਜਦੋਂ ਬੱਚਾ ਆ ਜਾਂਦਾ, ਜਦੋਂ ਗਰਭ ਧਾਰਨ ਕਰ ਲੈਂਦਾ ਇੱਕ ਬੱਚਾ, ਉਦੋਂ ਜਿਹੜੇ ਸਾਰੇ ਤੱਤ ਮੌਜੂਦ ਹੁੰਦੇ ਆ ਉਹ ਵੀ ਕੀ ਹੈ? ਵਿਰਸੇ ਦਾ ਹੀ ਇੱਕ ਪਾਰਟ ਨੇ। ਹੁਣ ਇਹਦੇ ਵਿੱਚ ਕੀ ਹੈ? ਵਿਰਸੇ ਦੇ ਵਿੱਚ ਸਰੀਰਕ ਲੱਛਣ ਕਿਹੜੇ ਕਿਹੜੇ ਆਉਂਦੇ ਨੇ? ਚਿਹਰੇ ਦੇ ਚਿੰਨ੍ਹ। ਹੁਣ ਆਪਣੇ ਜਿਹੜੇ ਹੈ ਨਾ ਫੇਸ ਦੇ ਜਿਹੜੇ ਚਿੰਨ੍ਹ ਹੁੰਦੇ ਆ, ਜਿਹੜੇ ਆਪਣੇ ਫੇਸ ਐਕਸਪ੍ਰੈਸ਼ਨਸ ਹੁੰਦੇ ਆ, ਉਹ ਆਪਣੇ ਮੰਮੀ ਪਾਪਾ ਨਾਲ ਮਿਲਦੇ ਹੁੰਦੇ ਆ, ਆਪਣੇ ਮਾਤਾ ਪਿਤਾ ਨਾਲ ਹੀ ਮਿਲਦੇ ਹੁੰਦੇ ਆ। ਉਹ ਅਨੁਵੰਸ਼ ਤੋਂ ਹੀ ਮਿਲੇ ਹੁੰਦੇ ਆ, ਆਪਾਂ ਨੂੰ ਵਿਰਸੇ ਵਿੱਚ ਹੀ ਮਿਲੇ ਹੁੰਦੇ ਆ। ਅੱਖਾਂ ਦਾ ਰੰਗ, ਹੁਣ ਇਹ ਰੇਅਰ ਚਾਂਸ ਹੀ ਹੈ ਕਿ ਅਗਰ ਆਪਣੇ ਪੇਰੈਂਟਸ ਦੀਆਂ ਅੱਖਾਂ ਬਲੈਕ ਨੇ ਤਾਂ ਆਪਣੀਆਂ ਬਲੂ ਆ ਜਾਣ। ਹਮੇਸ਼ਾ ਕੀ ਹੈ, ਇਹੀ ਹੁੰਦਾ, ਦੇਖਿਆ ਜਾਂਦਾ ਕਿ ਬਲੈਕ ਆਈਜ਼ ਵਾਲੇ ਪੇਰੈਂਟਸ ਦੇ ਬੱਚਿਆਂ ਦੀਆਂ ਅੱਖਾਂ ਵੀ ਕੀ ਹੁੰਦੀਆਂ ਨੇ? ਬਲੈਕ ਹੀ ਹੁੰਦੀਆਂ ਨੇ। ਬਹੁਤ ਜ਼ਿਆਦਾ ਰੇਅਰ ਚਾਂਸ ਹੁੰਦਾ ਕਿ ਕਿਸੇ ਬੱਚੇ ਦੀਆਂ ਅੱਖਾਂ ਬਲੂ, ਗ੍ਰੀਨ ਜਾਂ ਕੁਛ ਹੋਰ ਆ ਜਾਣ। ਬਰਾਊਨ, ਸਲਾਈਟਲੀ ਬਰਾਊਨ ਹੋ ਸਕਦੀਆਂ, ਬਟ ਕਿ ਬਲੈਕ ਆਈਜ਼ ਵਾਲੇ ਪੇਰੈਂਟਸ ਦੀਆਂ ਬੱਚੇ ਦੀਆਂ ਅੱਖਾਂ ਕੀ ਹੈ? ਬਲੈਕ ਹੀ ਹੋਣਗੀਆਂ। ਉਸ ਤੋਂ ਬਾਅਦ ਹੱਥਾਂ ਅਤੇ ਲੱਤਾਂ ਦਾ ਆਕਾਰ, ਮਤਲਬ ਕਿ ਇਹ ਪੂਰੀ ਜਿਹੜੀ ਸਰੀਰਕ ਦਿੱਖ ਹੈ ਉਹ ਬੱਚੇ ਦੀ ਆਪਣੇ ਪੇਰੈਂਟਸ ਵਰਗੀ ਹੀ ਹੋਊਗੀ। ਉਸ ਤੋਂ ਬਾਅਦ ਆ ਗਏ ਮਾਨਸਿਕ ਲੱਛਣ। ਜਿਹੜੇ ਮਾਨਸਿਕ ਲੱਛਣ ਨੇ ਇਹ ਕਹਿੰਦੇ ਉਹ ਵੀ ਆਪਾਂ ਨੂੰ ਵਿਰਸੇ ਦੇ ਵਿੱਚੋਂ ਮਿਲਦੇ ਆ, ਜਿਵੇਂ ਯਾਦਾਸ਼ਤ। ਅਗਰ ਕਿਸੇ ਬੱਚੇ ਦੇ ਪੇਰੈਂਟਸ ਦੀ ਯਾਦਾਸ਼ਤ ਕਮਜ਼ੋਰ ਹੈ ਤਾਂ ਜ਼ਿਆਦਾਤਰ ਉਹਦੀ ਆਪਣੀ ਯਾਦਾਸ਼ਤ ਵੀ ਹੈ ਜਿਹੜੀ ਕਮਜ਼ੋਰ ਹੋਊਗੀ। ਉਸ ਤੋਂ ਬਾਅਦ ਸੂਖਮ ਵਿਚਾਰ, ਤਰਕ ਸ਼ਕਤੀ, ਕਲਪਨਾ, ਨਿਰਣੈ ਕਰਨ ਦੀ ਯੋਗਤਾ, ਇਹ ਸਾਰੇ ਜਿਹੜੇ ਤੱਤ ਨੇ ਇਹ ਸਾਰੇ ਆਪਾਂ ਨੂੰ ਕੀ ਹੈਰੀਡਿਟੀ ਦੇ ਵਿੱਚ ਮਿਲਦੇ ਆ। ਜਿਸ ਤਰ੍ਹਾਂ ਦੇ ਇੱਕ ਬੱਚੇ ਦਾ ਪੇਰੈਂਟਸ ਹੋਊਗਾ ਉਸੇ ਤਰ੍ਹਾਂ ਦਾ ਹੀ ਬੱਚਾ ਕੀ ਹੈ? ਬਣੂਗਾ।
ਹੁਣ ਕਈ ਵਾਰੀ ਕੀ ਹੁੰਦਾ ਪੇਰੈਂਟਸ ਹੈ ਨਾ, ਕੋਈ ਪੇਰੈਂਟਸ ਮੈਂਟਲੀ ਅਪਸੈਟ ਹੈ, ਮੰਨ ਲਓ ਦੋਨਾਂ 'ਚੋਂ ਇੱਕ ਮਦਰ ਜਾਂ ਫਾਦਰ ਦੋਨਾਂ 'ਚੋਂ ਕੋਈ ਵੀ ਇੱਕ ਮੈਂਟਲੀ ਅਪਸੈਟ ਹੈ, ਹੋ ਸਕਦਾ ਹੈ ਨਾ, ਜ਼ਿਆਦਾ ਚਾਂਸਿਸ ਹੁੰਦੇ ਉਹਨਾਂ ਦਾ ਬੱਚਾ ਵੀ ਇਹ ਕੀ ਹੈ ਮੈਂਟਲੀ ਅਪਸੈਟ ਹੋਵੇ, ਦਿਮਾਗੀ ਤੌਰ 'ਤੇ ਕਮਜ਼ੋਰ ਹੋ ਸਕਦਾ ਹੈ। ਠੀਕ ਹੈ, ਤਾਂ ਕਰਕੇ ਕੀ ਕਹਿੰਦੇ ਮਾਨਸਿਕ ਲੱਛਣ ਵੀ ਆਪਾਂ ਨੂੰ ਹੈਰੀਡਿਟੀ ਦੇ ਵਿੱਚੋਂ ਮਿਲਦੇ ਹੈ। ਉਸ ਤੋਂ ਬਾਅਦ ਹੈ ਵਿਅਕਤੀਤਵ ਦੇ ਲੱਛਣ, ਮਤਲਬ ਕਿ ਇਹ ਜਿਹੜਾ ਆਪਣਾ ਵਿਅਕਤੀਤਵ ਹੈ, ਆਪਣਾ ਬਿਹੇਵੀਅਰ, ਆਪਣੀ ਪਰਸਨੈਲਿਟੀ ਹੈ, ਉਹਦੇ ਲੱਛਣ ਵੀ ਆਪਾਂ ਨੂੰ ਕਿੱਥੋਂ ਮਿਲਦੇ ਹੈ, ਵਿਰਸੇ ਦੇ ਵਿੱਚੋਂ ਮਿਲਦੇ ਹੈ। ਠੀਕ ਹੈ ਜੀ, ਜਿਵੇਂ ਕਿ ਆਪਣਾ ਸੁਭਾਅ, ਆਪਣਾ ਵਤੀਰਾ, ਆਪਣਾ ਰੁਝਾਨ, ਆਪਣੇ ਮਨੋਭਾਵ, ਆਪਣੀਆਂ ਆਦਤਾਂ, ਇਹ ਸਾਰੀਆਂ ਆਪਾਂ ਨੂੰ ਕੀ ਵਿਰਸੇ ਦੇ ਵਿੱਚੋਂ ਮਿਲਦੀਆਂ ਨੇ। ਆਪਣਾ ਸੁਭਾਅ ਉਹ ਜਿਹਾ ਹੀ ਹੋਊਗਾ ਜਿਹੋ ਜਿਹਾ ਆਪਣੇ ਪੇਰੈਂਟਸ ਦਾ ਸੁਭਾਅ ਹੋਊਗਾ, ਆਪਣਾ ਵਤੀਰਾ, ਆਪਣਾ ਬਿਹੇਵੀਅਰ ਵੀ ਉੱਦਾਂ ਦਾ ਹੀ ਹੋਊਗਾ, ਆਪਣੀਆਂ ਹੈਬਿਟਸ, ਆਪਣੇ ਰੁਝਾਨ, ਆਪਣੀ ਮਤਲਬ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਸੰਦ ਨੇ ਉਹ ਵੀ ਜ਼ਿਆਦਾਤਰ ਕੀ ਆ ਆਪਣੇ ਪੇਰੈਂਟਸ ਨਾਲ ਮਿਲਦੀਆਂ ਹੋਣਗੀਆਂ। ਕੁਛ ਤਾਂ ਨਾ ਘਰ ਦੇ ਵਿੱਚ ਇਨਵਾਇਰਮੈਂਟ ਉੱਦਾਂ ਦਾ ਮਿਲਦਾ, ਕੁਛ ਕੀ ਹੈ ਹੈਰੀਡਿਟੀ ਇਫੈਕਟ ਕਰਦੀ ਹੈ। ਤਾਂ ਕਰਕੇ ਜਿਹੜੇ ਆਪਣੇ ਰੁਝਾਨ ਹੁੰਦੇ ਆ ਉਹ ਵੀ ਆਪਣੇ ਪੇਰੈਂਟਸ ਦੇ ਨਾਲ ਦੇ ਹੋ ਸਕਦੇ ਆ। ਉਸ ਤੋਂ ਬਾਅਦ ਆ ਗਏ ਆਪਣੇ ਮਨੋਭਾਵ, ਆਪਣੀ ਕੀ ਹੈ ਫੀਲਿੰਗਸ। ਉਸ ਤੋਂ ਬਾਅਦ ਆਪਣੀਆਂ ਆਦਤਾਂ ਵੀ ਕੀ ਆ ਆਪਾਂ ਨੂੰ ਵਿਰਸੇ ਦੇ ਵਿੱਚੋਂ ਮਿਲਦੀਆਂ ਨੇ। ਨੈਕਸਟ ਕੀ ਹੈ ਵੁਡਸਵਰਥ ਐਂਡ ਮਾਰਕਸ ਦਾ ਕਥਨ, ਇਹ ਮਤਲਬ ਇੰਪੋਰਟੈਂਟ ਹੈ, ਇਸ ਨੂੰ ਤੁਸੀਂ ਯਾਦ ਹੀ ਰੱਖਣਾ ਹੈ, ਸੇਮ ਹੀ ਇਸ ਨੂੰ ਯਾਦ ਰੱਖਣਾ ਜਿਸ ਤਰ੍ਹਾਂ ਇਹ ਲਿਖਿਆ ਹੋਇਆ ਹੈ ਐਜ਼ ਇਟ ਇਜ਼। ਠੀਕ ਹੈ ਜੀ, ਪੜ੍ਹਦੇ ਹਾਂ ਆਪਾਂ ਇਸ ਨੂੰ। ਵਿਰਸੇ ਵਿੱਚ ਉਹ ਸਾਰੇ ਕਾਰਨ ਸ਼ਾਮਿਲ ਹਨ ਜਿਹੜੇ ਕਿ ਵਿਅਕਤੀ ਦੇ ਜੀਵਨ ਦੇ ਮੁੱਢ ਸਮੇਂ ਅਰਥਾਤ ਗਰਭਧਾਰਨ ਸਮੇਂ ਮੌਜੂਦ ਹੁੰਦੇ ਹਨ। ਵਿਰਸੇ ਦੇ ਵਿੱਚ ਕਹਿੰਦੇ ਉਹ ਸਾਰੇ ਕਾਰਨ ਸ਼ਾਮਿਲ ਨੇ, ਇਹ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜਿਹੜੇ ਕਿ ਗਰਭਧਾਰਨ ਸਮੇਂ ਹੀ ਆ ਜਾਂਦੇ ਹੈ। ਠੀਕ ਹੈ, ਨੈਕਸਟ ਕ੍ਰੋਮੋਸੋਮਸ ਵਾਲਾ ਟੌਪਿਕ ਆ ਗਿਆ। ਇਹ ਟੌਪਿਕ ਹੈ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ, ਇਸ ਨੂੰ ਤੁਸੀਂ ਧਿਆਨ ਦੇ ਨਾਲ ਸਮਝਣਾ ਹੈ, ਇਹਦੇ ਅਲੱਗ ਤੋਂ ਕੁਐਸਚਨ ਬਣੇ ਆ ਜਾਂਦੇ ਹੈ। ਠੀਕ ਹੈ, ਇੰਪੋਰਟੈਂਟ ਹੈ ਇਹ ਬਹੁਤ ਜ਼ਿਆਦਾ। ਪਹਿਲਾ ਕ੍ਰੋਮੋਸੋਮਸ ਕਿੰਨੇ ਹੁੰਦੇ ਆ ਟੋਟਲ ਕ੍ਰੋਮੋਸੋਮਸ ਹੁੰਦੇ ਆ 46। ਕਿੰਨੇ ਕ੍ਰੋਮੋਸੋਮਸ ਹੁੰਦੇ ਆ ਟੋਟਲ 46। ਪੇਅਰ ਕਿੰਨੇ ਬਣਦੇ ਆ 46 ਤੋਂ 23 ਪੇਅਰਸ ਬਣਦੇ ਆ। 22 ਪੇਅਰਸ ਹੁੰਦੇ ਆ, ਇਹ ਤਾਂ ਜਿਹੜੇ ਕੀ ਹੈ ਬੱਚੇ ਦੇ ਕੀ ਹੈ ਆਟੋਸੋਮਸ ਹੁੰਦੇ ਆ, ਇਹਦੇ ਨਾਲ ਬੱਚੇ ਦੀ ਜਿਹੜੀ ਸਰੀਰਕ ਦਿੱਖ ਵਗੈਰਾ, ਸਰੀਰ ਦੇ ਅੰਗ ਵਗੈਰਾ ਠੀਕ ਹੈ ਉਹ ਬਣਦੇ ਆ। ਜਿਹੜਾ 1 ਪੇਅਰ ਹੈ ਇਹ ਕੀ ਹੈ ਬੱਚੇ ਦਾ ਲਿੰਗ ਨਿਰਧਾਰਿਤ ਕਰਦਾ ਹੈ, ਬੱਚੇ ਦਾ ਲਿੰਗ ਨਿਰਧਾਰਿਤ ਕਰਦਾ ਹੈ ਕਿ ਬੱਚਾ ਗਰਲ ਹੋ ਜਾਂ ਬॉय ਹੋ, ਲੜਕੀ ਹੋ ਜਾਂ ਲੜਕਾ ਹੋਗਾ। ਇਹ ਜਿਹੜਾ 1 ਪੇਅਰ ਹੈ ਮਤਲਬ ਕਿ ਲਾਸਟ ਵਾਲਾ ਪੇਅਰ ਹੈ 23rd ਪੇਅਰ, ਇਹ ਯਾਦ ਰੱਖਣਾ ਹੈ ਕਿਹੜਾ ਪੇਅਰ 23rd ਪੇਅਰ ਹੈ ਜਿਹੜਾ ਇਹ ਕੀ ਨਿਰਧਾਰਿਤ ਕਰਦਾ ਹੈ ਕਿ ਜਿਹੜਾ ਬੱਚਾ ਹੈ ਉਹ ਕੁੜੀ ਹੋਊ ਜਾਂ ਮੁੰਡਾ ਹੋਊਗਾ। ਸਾਰਾ ਰੋਲ ਕੀ ਹੈ ਲਿੰਗ ਨਿਰਧਾਰਿਤ ਕਰਨ ਦੇ ਵਿੱਚ ਇਹ 23rd ਪੇਅਰ ਦਾ ਹੀ ਹੈ, ਇਹ ਤੁਸੀਂ ਯਾਦ ਰੱਖਣਾ, ਇਸ ਨੂੰ ਭੁੱਲਣਾ ਨਹੀਂ ਹੈ। ਹੁਣ ਆਪਾਂ 23rd ਪੇਅਰ ਦਾ ਕੰਮ ਦੇਖਦੇ ਹਾਂ ਕੀ ਹੈ। ਜਿਹੜਾ ਮੇਲ ਹੁੰਦਾ ਹੈ ਉਹਦੇ ਵਿੱਚ XY ਕ੍ਰੋਮੋਸੋਮਸ ਹੁੰਦੇ ਆ, ਜਿਹੜੀ ਫੀਮੇਲ ਹੁੰਦੀ ਹੈ ਉਸ ਦੇ ਵਿੱਚ ਦੋਨੋਂ ਕ੍ਰੋਮੋਸੋਮਸ XX ਦੇ ਹੁੰਦੇ ਆ। ਫੀਮੇਲ ਮੇਲ, ਜਿਹੜਾ ਮੇਲ ਹੁੰਦਾ ਹੈ ਇਹਦੇ ਵਿੱਚ XY ਕ੍ਰੋਮੋਸੋਮਸ ਹੁੰਦੇ ਆ ਤੇ ਫੀਮੇਲ ਦੇ ਵਿੱਚ ਦੋਨੋਂ ਹੀ XX ਕ੍ਰੋਮੋਸੋਮਸ ਹੁੰਦੇ ਆ। Y ਐਂਡ X ਕ੍ਰੋਮੋਸੋਮ ਮਿਲ ਕੇ ਕੀ ਹੈ ਮੇਲ ਮਤਲਬ ਬੇਬੀ ਬॉय ਬਣਾਉਂਦਾ ਹੈ, ਬਟ XX ਕ੍ਰੋਮੋਸੋਮਸ ਮਿਲ ਕੇ ਕੀ ਹੈ ਬੇਬੀ ਗਰਲ ਬਣਾਉਂਦੇ ਹੈ। ਠੀਕ ਹੈ, ਬਹੁਤ ਹੀ ਈਜ਼ੀ ਜਿਹਾ ਕੰਸੈਪਟ ਹੈ ਇਹ, ਬਟ ਕੀ ਹੈ ਇੰਪੋਰਟੈਂਟ ਕੰਸੈਪਟ ਹੈ। ਉਸ ਤੋਂ ਬਾਅਦ ਆ ਗਿਆ ਟਵਿਨਸ ਦਾ ਕੰਸੈਪਟ। ਟਵਿਨਸ ਕੀ ਹੁੰਦੇ ਆ, ਕਿਵੇਂ ਦੋ ਤਰ੍ਹਾਂ ਦੇ ਟਵਿਨਸ ਹੁੰਦੇ ਆ। ਠੀਕ ਹੈ, ਇੱਕ ਹੁੰਦਾ ਸਮਰੂਪ ਜੋੜਾ, ਇੱਕ ਹੁੰਦਾ ਭਰਾਤਰੀ ਜੋੜਾ। ਸਮਰੂਪ ਜੋੜੇ ਨੂੰ ਇੰਗਲਿਸ਼ ਦੇ ਵਿੱਚ ਆਇਡੈਂਟੀਕਲਸ ਟਵਿਨਸ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ ਕਿ ਆਪਾਂ ਨੂੰ ਇੰਗਲਿਸ਼ ਦੇ ਵਿੱਚ ਵੀ ਧਿਆਨ ਵਿੱਚ ਹੋਣਾ ਚਾਹੀਦਾ ਹੈ ਜਿਹੜੀਆਂ ਇਹ ਟਰਮਸ ਨੇ ਉਹ, ਕਿਉਂਕਿ ਕਿ ਕਈ ਵਾਰੀ ਪੇਪਰ ਦੇ ਵਿੱਚ ਕੀ ਹੈ ਉਹ ਇੰਗਲਿਸ਼ ਦੇ ਵਿੱਚ ਹੀ ਪਾ ਦਿੰਦਾ ਇਹ ਟਰਮਸ, ਫਿਰ ਆਪਾਂ ਉੱਥੇ ਕਨਫਿਊਜ਼ ਹੋ ਜਾਂਦੇ ਹਾਂ। ਠੀਕ ਹੈ, ਤਾਂ ਕਰਕੇ ਇੰਗਲਿਸ਼ ਦੇ ਵਿੱਚ ਕਰਨਾ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤਾਂ ਆਪਾਂ ਕੀ ਹੈ ਹੁਣ ਭਰਾਤਰੀ ਅਤੇ ਸਮਰੂਪ ਜੋੜੇ ਬਾਰੇ ਜਾਣਦੇ ਹਾਂ। ਜਿਹੜਾ ਸਮਰੂਪ ਜੋੜਾ ਹੁੰਦਾ ਹੈ ਇਹਨਾਂ ਦਾ ਜਿਹੜਾ ਫਰਟੀਲਾਈਜ਼ਡ ਸੈੱਲ ਹੁੰਦਾ ਹੈ ਮਤਲਬ ਕੀ ਹੈ ਜਿਹਦੇ ਵਿੱਚ ਕੀ ਹੈ ਇਹ ਪਲ ਰਹੇ ਹੁੰਦੇ ਆ ਉਹ ਇੱਕੋ ਹੀ ਹੁੰਦਾ ਹੈ, ਮਤਲਬ ਕਿ ਇੱਕ ਸੈੱਲ ਦੇ ਵਿੱਚ ਹੀ 2 ਬੇਬੀ ਕੀ ਹੈ ਪਲ ਰਹੇ ਹੁੰਦੇ ਆ। ਠੀਕ ਹੈ, ਸੇਮ ਲੁੱਕ, ਇਹਨਾਂ ਦੀ ਜਿਹੜੀ ਦਿੱਖ ਹੁੰਦੀ ਹੈ ਲੁੱਕ ਹੁੰਦੀ ਹੈ ਇਹ ਕੀ ਹੈ ਸੇਮ ਹੁੰਦੀ ਹੈ, ਬਿਲਕੁਲ ਇਹ ਸੇਮ ਦਿਖਦੇ ਹੁੰਦੇ ਹੈ। ਸੇਮ ਇਹਨਾਂ ਦਾ ਲਿੰਗ ਹੁੰਦਾ ਹੈ, ਮਤਲਬ ਕਿ ਅਗਰ ਗਰਲ ਮਤਲਬ ਇੱਕ ਗਰਲ ਹੈ ਤਾਂ ਦੂਸਰੀ ਵੀ ਕੀ ਹੋਊਗੀ ਗਰਲ ਹੀ ਹੋਊਗੀ, ਅਗਰ ਇੱਕ ਬॉय ਹੈ ਤਾਂ ਦੂਸਰਾ ਵੀ ਬॉय ਹੀ ਹੋਊਗਾ। ਠੀਕ ਹੈ ਜੀ,
ਸੇਮ ਲਿੰਗ ਹੁੰਦਾ ਇਹਨਾਂ ਦਾ, ਸੇਮ ਹੀ ਇਹਨਾਂ ਦੀ ਲੁੱਕ ਹੁੰਦੀ ਹੈ, ਸੇਮ ਹੀ ਇਹਨਾਂ ਦੀਆਂ ਕੀ ਹੁੰਦੀਆਂ ਨੇ, ਹੈਬਿਟਸ ਹੁੰਦੀਆਂ ਨੇ, ਆਦਤਾਂ ਵੀ ਇਹਨਾਂ ਦੀਆਂ ਸੇਮ ਹੀ ਹੁੰਦੀਆਂ ਨੇ। ਉਸ ਤੋਂ ਬਾਅਦ ਮੋਨੋਜ਼ਾਈਗੋਟਿਕ ਹੈ, ਉਹੀ ਮੋਨੋ ਦਾ ਮਤਲਬ ਕਿ ਇੱਕ ਜ਼ਾਈਗੋਟ ਦੇ ਵਿੱਚ ਪਲਦੇ ਨੇ ਇਹ, ਠੀਕ ਹੈ ਜੀ। ਦੋਨੋਂ ਦੇ ਦੋਨੋਂ ਬੇਬੀ ਕੀ ਹੈ, ਇੱਕੋ ਹੀ ਜ਼ਾਈਗੋਟ ਵਿੱਚ ਪਲਦੇ ਹੈ। ਇਹਨਾਂ ਦਾ ਸਾਰਾ ਕੁਝ ਸੇਮ ਹੁੰਦਾ, ਠੀਕ ਹੈ। ਸੇਮ ਸ਼ਕਲ, ਸੇਮ ਲਿੰਗ, ਸੇਮ ਹੈਬਿਟਸ, ਸੇਮ ਹੀ ਸੈੱਲ, ਐਵਰੀਥਿੰਗ ਇਜ਼ ਸੇਮ। ਕਿੰਨਾਂ ਦੀਆਂ, ਆਈਡੈਂਟੀਕਲ ਟਵਿਨਸ ਦੀਆਂ, ਆਈਡੈਂਟੀਕਲ ਟਵਿਨਸ ਦੀਆਂ ਸਾਰਾ ਕੁਝ ਸੇਮ ਹੁੰਦਾ ਆਈਡੈਂਟੀਕਲ ਟਵਿਨਸ ਦਾ। ਉਸ ਤੋਂ ਬਾਅਦ ਆ ਗਏ ਭਰਾਤਰੀ ਜੋੜੇ, ਫਰੈਟਰਨਲ ਟਵਿਨਸ। ਇਹ ਕੀ ਹੁੰਦੇ ਆ, ਅਲੱਗ-ਅਲੱਗ ਹੁੰਦੇ ਆ। ਇਹਨਾਂ ਦਾ ਜਿਹੜਾ ਫਰਟੀਲਾਈਜ਼ਡ ਸੈੱਲ ਹੁੰਦਾ ਉਹ ਅਲੱਗ-ਅਲੱਗ ਹੁੰਦਾ, ਮਤਲਬ ਕਿ ਇਹ ਦੋ ਸੈੱਲ ਹੁੰਦੇ ਇਹਨਾਂ ਦੇ, ਇੱਕ ਦੇ ਵਿੱਚ ਇੱਕੋ ਹੀ ਬੇਬੀ ਕੀ ਹੈ, ਪਲਦਾ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਇਹਨਾਂ ਦੀ ਜਿਹੜੀ ਸ਼ਕਲ ਹੈ ਉਹ ਸੇਮ ਵੀ ਹੋ ਸਕਦੀ ਹੈ ਅਤੇ ਅਲੱਗ-ਅਲੱਗ ਵੀ ਹੋ ਸਕਦੀ ਹੈ। ਇਹਨਾਂ ਦਾ ਲਿੰਗ ਕੀ ਹੈ, ਇੱਕ ਵੀ ਹੋ ਸਕਦਾ ਹੈ ਅਤੇ ਅਲੱਗ-ਅਲੱਗ ਵੀ ਹੋ ਸਕਦਾ ਹੈ, ਮਤਲਬ ਦੋਨੋਂ ਬੇਬੀ ਗਰਲ ਵੀ ਹੋ ਸਕਦੀਆਂ, ਬੇਬੀ ਬੋਏ ਵੀ ਹੋ ਸਕਦੇ ਨੇ, ਅਤੇ ਇੱਕ ਬੇਬੀ ਗਰਲ ਇੱਕ ਬੇਬੀ ਬੋਏ ਵੀ ਹੋ ਸਕਦਾ ਹੈ। ਡਾਇਜ਼ਾਈਗੋਟਿਕ ਮਤਲਬ ਕੀ ਹੈ, ਦੋ ਐਗਸ ਦੇ ਵਿੱਚ ਕੀ ਹੈ, ਇਹ ਪਲਦੇ ਹੈ, ਠੀਕ ਹੈ ਜੀ। ਇਹ ਬਿਲਕੁਲ ਈਜ਼ੀ ਜਿਹਾ ਕੰਸੈਪਟ ਸੀ ਟਵਿਨਸ ਵਾਲਾ ਆਪਣਾ, ਬਟ ਦਿਸ ਇਜ਼ ਵੈਰੀ ਇੰਪੋਰਟੈਂਟ। ਅੱਗੇ ਦੇਖੋ, ਆਪਣਾ ਵਿਰਸੇ ਵਾਲਾ ਕੰਸੈਪਟ ਸਾਰਾ ਹੋ ਗਿਆ। ਅਗਰ ਇਸ ਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ, ਤੁਹਾਡਾ ਡਾਊਟ ਨੈਕਸਟ ਕਲਾਸ ਦੇ ਵਿੱਚ ਕਲੀਅਰ ਕੀਤਾ ਜਾਊਗਾ। ਹੁਣ ਆਪਾਂ ਵਾਤਾਵਰਨ ਬਾਰੇ ਪੜ੍ਹਦੇ ਹਾਂ। ਵਾਤਾਵਰਨ ਨੂੰ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ, ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ, ਇਨਵਾਇਰਮੈਂਟ। ਵਾਤਾਵਰਨ ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਹੈ, ਇਨਵਾਇਰਮੈਂਟ ਕਿਹਾ ਜਾਂਦਾ ਹੈ। ਵਾਤਾਵਰਨ ਦਾ ਰੋਲ ਕੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਹੈਰੀਡਿਟੀ ਦਾ ਤਾਂ ਹੈ ਹੀ ਹੈ ਡਿਵੈਲਪਮੈਂਟ ਦੇ ਵਿੱਚ, ਇੱਕ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ ਹੈਰੀਡਿਟੀ ਦਾ ਰੋਲ ਤਾਂ ਹੈ ਹੀ ਹੈ, ਬਟ ਇਨਵਾਇਰਮੈਂਟ ਦਾ ਰੋਲ ਕੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਵੀ ਜਿਸ ਵਾਤਾਵਰਨ ਦੇ ਵਿੱਚ ਬੱਚਾ ਪੜ੍ਹ ਰਿਹਾ ਉਸੇ ਤਰ੍ਹਾਂ ਦਾ ਹੀ ਉਹ ਹੋ ਜਾਂਦਾ ਹੈ। ਅਗਰ ਘਰ ਦੇ ਵਿੱਚ ਲੜਾਈ ਵਾਲਾ ਇਨਵਾਇਰਮੈਂਟ ਹੈ ਤਾਂ ਬੱਚਾ ਲੜਾਕੂ ਬਣਦਾ ਹੈ, ਅਗਰ ਪ੍ਰੇਮ ਭਾਵ ਵਾਲਾ ਇਨਵਾਇਰਮੈਂਟ ਹੈ ਤਾਂ ਬੱਚਾ ਕੀ ਹੈ, ਪ੍ਰੇਮ ਭਾਵ ਵਾਲਾ ਬਣਦਾ ਹੈ। ਅਗਰ ਘਰ ਦੇ ਵਿੱਚ ਕੀ ਹੈ, ਪੜ੍ਹਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਬੱਚਾ ਵੀ ਕੀ ਹੈ, ਪੜ੍ਹਾਈ ਵੱਲ ਵੀ ਸੀਰੀਅਸ ਨਹੀਂ ਹੋਊਗਾ। ਅਗਰ ਘਰ ਦੇ ਵਿੱਚ ਪੜ੍ਹਾਈ ਵਾਲਾ ਮਾਹੌਲ ਹੈ, ਪੜ੍ਹਾਈ ਵੱਲ ਧਿਆਨ ਦਿੱਤਾ ਜਾਂਦਾ ਤਾਂ ਕੀ ਇਹ ਬੱਚਾ ਵੀ ਪੜ੍ਹਾਈ ਵੱਲ ਆਪਣਾ ਪ੍ਰੋਪਰ ਧਿਆਨ ਦੇਊਗਾ। ਹੁਣ ਆਪਾਂ ਦੇਖਦੇ ਹਾਂ ਵਾਤਾਵਰਨ ਦੇ ਕੀ ਮੇਨ ਪੁਆਇੰਟਸ ਨੇ। ਵਿਵਹਾਰ ਨੂੰ ਢਾਲਣ ਅਤੇ ਵਿਅਕਤੀਤਵ ਦੇ ਵਿਕਾਸ ਵਿੱਚ ਅਹਿਮ ਰੋਲ। ਇਹ ਮੈਂ ਤੁਹਾਨੂੰ ਹੁਣੀ ਦੱਸ ਕੇ ਹਟੀ ਹਾਂ ਕਿ ਜਿਹੜਾ ਬੱਚੇ ਦਾ ਵਿਵਹਾਰ ਹੈ, ਜਿਹੜਾ ਬੱਚੇ ਦਾ ਬਿਹੇਵੀਅਰ ਹੈ, ਇਹਦੇ ਵਿੱਚ ਇਨਵਾਇਰਮੈਂਟ ਦਾ ਬਹੁਤ ਜ਼ਿਆਦਾ ਰੋਲ ਹੈ। ਸਕੂਲ ਦਾ ਇਨਵਾਇਰਮੈਂਟ, ਘਰ ਦਾ ਇਨਵਾਇਰਮੈਂਟ, ਆਪਣੇ ਗੁਆਂਢ ਦਾ ਇਨਵਾਇਰਮੈਂਟ, ਸਾਰਾ ਵਾਤਾਵਰਨ ਕੀ ਹੈ, ਬੱਚੇ ਦੇ ਬਿਹੇਵੀਅਰ ਨੂੰ, ਬੱਚੇ ਦੀ ਪਰਸਨੈਲਿਟੀ ਨੂੰ ਕੀ ਹੈ, ਇਫੈਕਟ ਕਰਦਾ। ਬੱਚੇ ਦੀ ਪਰਸਨੈਲਿਟੀ ਨੂੰ, ਬੱਚੇ ਦੇ ਬਿਹੇਵੀਅਰ ਨੂੰ ਇਫੈਕਟ ਕਰਦਾ, ਉਹਦੇ ਵਿਕਾਸ ਨੂੰ ਕੀ ਹੈ, ਇਫੈਕਟ ਕਰਦਾ। ਉਸ ਤੋਂ ਬਾਅਦ ਬਾਹਰੀ ਪ੍ਰਭਾਵ। ਵਾਤਾਵਰਨ ਕੀ ਇੱਕ ਬਾਹਰੀ ਪ੍ਰਭਾਵ ਹੈ, ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਵਿਰਸਾ ਕੀ ਹੈ, ਇਹ ਬੱਚੇ ਦੇ ਕੀ ਹੈ, ਜਨਮ ਤੋਂ ਪਹਿਲਾਂ ਗਰਭ ਧਾਰਨ ਵੇਲੇ ਹੀ ਕੀ ਹੈ, ਆਪਣਾ ਰੋਲ ਅਦਾ ਕਰਨਾ ਸ਼ੁਰੂ ਕਰ ਦਿੰਦਾ। ਬਟ ਇਨਵਾਇਰਮੈਂਟ ਕੀ ਹੈ, ਇਹ ਬਾਹਰੀ ਪ੍ਰਭਾਵ ਹੈ। ਇਨਵਾਇਰਮੈਂਟ ਹੈ ਜਿਹੜਾ, ਇਹ ਗਰਭ ਧਾਰਨ ਸਮੇਂ ਵੀ ਇਫੈਕਟ ਕਰਦਾ। ਜਿਸ ਤਰ੍ਹਾਂ ਦਾ ਮਦਰ ਨੂੰ ਖਾਣ ਪੀਣ ਨੂੰ ਮਿਲੂਗਾ, ਜਿਸ ਤਰ੍ਹਾਂ ਦਾ ਮਦਰ ਦਾ ਆਲੇ ਦੁਆਲੇ ਇਨਵਾਇਰਮੈਂਟ ਹੋਊਗਾ, ਉਸੇ ਤਰ੍ਹਾਂ ਦੇ ਕੀ ਇਹ ਬੱਚਾ ਬਣ ਕੇ ਤਿਆਰ ਹੋਊਗਾ। ਪਰ ਕੀ ਇਹ ਬਾਹਰੀ ਪ੍ਰਭਾਵ ਹੁੰਦਾ ਇਹ। ਉਸ ਤੋਂ ਬਾਅਦ ਭਾਵਾਤਮਕ ਪਰਿਪੱਕਤਾ ਅਤੇ ਸਮਾਜਿਕ ਸਮਾਯੋਜਨ ਆਦਿ ਨੂੰ ਪ੍ਰਭਾਵਿਤ ਕਰਦਾ। ਜਿਹੜਾ ਇਨਵਾਇਰਮੈਂਟ ਹੁੰਦਾ ਉਹ ਬੱਚੇ ਦੇ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਵੀ ਇਫੈਕਟ ਕਰਦਾ, ਅਤੇ ਉਹਦੇ ਸਮਾਜਿਕ ਸਮਾਯੋਜਨ ਮਤਲਬ ਕੀ ਹੈ, ਸੋਸ਼ਲ ਐਡਜਸਟਮੈਂਟ ਨੂੰ ਵੀ ਕੀ ਹੈ, ਇਫੈਕਟ ਕਰਦਾ। ਉਹੀ ਗੱਲ ਆ ਗਈ ਇੱਥੇ ਵੀ, ਜਿਸ ਤਰ੍ਹਾਂ ਦਾ ਵਾਤਾਵਰਨ ਹੋਊਗਾ ਉਸੇ ਤਰ੍ਹਾਂ ਦੀ ਬੱਚੇ ਦੀਆਂ ਭਾਵਨਾਵਾਂ ਡਿਵੈਲਪ ਹੋਣਗੀਆਂ, ਉਸੇ ਤਰ੍ਹਾਂ ਹੀ ਕੀ ਹੈ, ਉਹ ਸਮਾਜ ਦੇ ਵਿੱਚ ਸਮਾਯੋਜਨ ਕਰਨਾ ਸਿੱਖੂਗਾ। ਅਗਰ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਕਿਤੇ ਐਡਜਸਟਮੈਂਟ ਕਰਨਾ ਹੀ ਨਹੀਂ ਸਿਖਾਇਆ ਗਿਆ ਤਾਂ ਫਿਰ ਉਹ ਬੱਚਾ ਕਿਤੇ ਵੀ ਜਾ ਕੇ ਐਡਜਸਟਮੈਂਟ ਹੀ ਨਹੀਂ ਕਰ ਪਾਊਗਾ, ਉਹਦੇ ਸੋਸ਼ਲ ਜਿਹੜੀਆਂ ਮੈਨਰਸ ਨੇ ਉਹ ਅੱਛੀਆਂ ਨਹੀਂ ਹੋਣਗੀਆਂ। ਉਸ ਤੋਂ ਬਾਅਦ ਝੁਕਾਓ, ਰੁਚੀਆਂ, ਵਤੀਰਾ। ਇਨਵਾਇਰਮੈਂਟ ਵੀ ਕੀ ਹੈ, ਇਹਨਾਂ ਚੀਜ਼ਾਂ ਨੂੰ ਇਫੈਕਟ ਕਰਦਾ। ਹੈਰੀਡਿਟੀ ਤਾਂ ਕਰਦੀ ਹੀ ਕਰਦੀ ਹੈ, ਪਰ ਕੀ ਹੈ, ਜਿਹੜਾ ਉਹਦੇ ਹੈਬਿਟਸ ਨੇ, ਉਹਦੀਆਂ ਜਿਹੜੀਆਂ ਰੁਚੀਆਂ ਨੇ, ਉਹਦਾ ਜਿਹੜਾ ਵਤੀਰਾ ਉਹਨੂੰ ਕੀ ਹੈ, ਇਨਵਾਇਰਮੈਂਟ ਵੀ ਬਹੁਤ ਜ਼ਿਆਦਾ ਇਫੈਕਟ ਕਰਦਾ। ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਡਿਵੈਲਪਮੈਂਟ ਕੀ ਹੈ, ਇਨਵਾਇਰਮੈਂਟ ਅਤੇ ਹੈਰੀਡਿਟੀ ਦਾ ਇੱਕ ਪ੍ਰੋਡਕਟ ਹੈ, ਇਹਨਾਂ ਦੀ ਉਪਜ ਹੈ ਨਾ, ਤਾਂ ਕਰਕੇ ਦੋਨਾਂ ਦਾ ਹੀ ਆਪਣਾ ਆਪਣਾ ਇੰਪੋਰਟੈਂਟ ਰੋਲ ਹੈ। ਹੁਣ ਦੇਖੋ, ਜਿਹੜਾ ਇਨਵਾਇਰਮੈਂਟ ਹੈ ਇਹਦਾ ਵਿਅਕਤੀ ਦੇ ਉੱਤੇ ਸਿੱਧਾ ਅਤੇ ਅਸਿੱਧੇ ਰੂਪ ਦੇ ਵਿੱਚ ਕੀ ਹੈ, ਪ੍ਰਭਾਵ ਪੈਂਦਾ।
ਸਿੱਧਾ ਪ੍ਰਭਾਵ ਕਿਵੇਂ ਪੈਂਦਾ ਹੈ? ਸਮਾਜ ਵਿਅਕਤੀ ਦੇ ਉੱਤੇ, ਵਿਅਕਤੀ ਦੇ ਬਿਹੇਵੀਅਰ ਉੱਤੇ, ਵਿਅਕਤੀ ਦੇ ਡਿਵੈਲਪਮੈਂਟ ਉੱਤੇ ਸਿੱਧੇ ਤੌਰ 'ਤੇ ਪ੍ਰਭਾਵ ਪਾਉਂਦਾ ਹੈ। ਠੀਕ ਹੈ, ਸਮਾਜ ਦੇ ਵਿੱਚ ਕੀ ਆ ਜਾਂਦਾ ਹੈ? ਘਰ, ਸਕੂਲ, ਗੁਆਂਢ ਆਦਿ ਸਾਰਾ ਕੁਛ ਆ ਜਾਂਦਾ ਹੈ। ਉਸ ਦੇ ਉਲਟ ਅਸਿੱਧਾ ਪ੍ਰਭਾਵ ਕੌਣ ਪਾਉਂਦਾ? ਜਿਨ੍ਹਾਂ ਦਾ ਆਪਾਂ ਨੂੰ ਮਤਲਬ ਕੀ ਹੈ, ਜਿਹਦੇ ਵਿੱਚ ਆਪਾਂ ਕੀ ਹੈ, ਉਹਨੂੰ ਇਨਵਾਇਰਮੈਂਟ ਨਹੀਂ ਕਹਿੰਦੇ, ਆਪਾਂ ਉਹਨੂੰ ਅਲੱਗ ਲੈ ਕੇ ਚੱਲਦੇ ਹਾਂ ਉਸ ਤੋਂ, ਬਟ ਕੀ ਹੈ, ਉਹ ਇਨਵਾਇਰਮੈਂਟ ਦੇ ਵਿੱਚ ਹੀ ਆ ਜਾਂਦਾ ਅਤੇ ਅਸਿੱਧਾ ਪ੍ਰਭਾਵ ਪਾਉਂਦਾ, ਜਿਵੇਂ ਕਿ ਖੁਰਾਕ ਹੋ ਗਈ, ਦਿਮਾਗੀ ਸੱਟ ਹੋ ਗਈ। ਇਹ ਕੀ ਹੈ? ਬੱਚੇ ਦੇ ਬਿਹੇਵੀਅਰ ਉੱਤੇ, ਬੱਚੇ ਦੇ ਵਤੀਰੇ ਉੱਤੇ, ਬੱਚੇ ਦੀ ਪਰਸਨੈਲਿਟੀ ਉੱਪਰ ਕੀ ਅਸਿੱਧਾ ਪ੍ਰਭਾਵ ਪਾਉਂਦੇ ਹੈ। ਉਸ ਤੋਂ ਬਾਅਦ ਬੱਚਾ ਜਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਰਹਿੰਦਾ ਹੈ ਉਸੇ ਤਰ੍ਹਾਂ ਦਾ ਹੋ ਜਾਂਦਾ ਹੈ, ਭਾਵੇਂ ਉਸਦਾ ਵਿਰਸਾ ਇੱਕੋ ਹੀ ਕਿਉਂ ਨਾ ਹੋਵੇ। ਹਾਂਜੀ, ਹੁਣ ਇੱਥੇ ਵਿਰਸਾ ਇੱਕੋ ਦੀ ਗੱਲ ਤੁਸੀਂ ਧਿਆਨ ਨਾਲ ਸੁਣੋ। ਵਿਰਸਾ ਇੱਕੋ ਹੀ, ਇਸ ਤੋਂ ਭਾਵ ਕੀ ਹੋਇਆ? ਆਪਾਂ ਟਵਿਨਸ ਦਾ ਕੰਸੈਪਟ ਕੀਤਾ ਪਿੱਛੇ, ਇਹ ਆਪਾਂ ਉਸ ਤੋਂ ਹੀ ਸਮਝਾਂਗੇ। ਹੁਣ ਮੰਨ ਲਓ 2 ਬੱਚੇ ਨੇ, ਉਹ ਦੋਨੋਂ ਕੀ ਹੈ? ਟਵਿਨਸ ਹੈ। ਠੀਕ ਹੈ, ਇੱਕ ਨੂੰ ਤਾਂ ਆਪਾਂ ਕੀ ਹੈ? ਜੰਗਲ ਦੇ ਵਿੱਚ ਛੱਡਤਾ, ਇੱਕ ਕੀ ਹੈ? ਵਧੀਆ ਆਪਣੇ ਘਰ ਦੇ ਵਿੱਚ ਰਹਿ ਰਿਹਾ। ਠੀਕ ਹੈ, ਇੱਕ ਆਪਣੇ ਕੀ ਹੈ? ਘਰ ਦੇ ਵਿੱਚ ਰਹਿ ਰਿਹਾ, ਇੱਕ ਨੂੰ ਆਪਾਂ ਜੰਗਲ ਦੇ ਵਿੱਚ ਛੱਡਤਾ। ਹੁਣ ਜਿਹੜਾ ਜੰਗਲ ਦੇ ਵਿੱਚ ਰਹਿਣ ਵਾਲਾ ਬੱਚਾ ਹੈ ਉਹ ਜੰਗਲੀ ਜਾਨਵਰਾਂ ਦੀ ਤਰ੍ਹਾਂ ਹੀ ਹੋ ਜਾਊਗਾ। ਠੀਕ ਹੈ, ਉਹ ਆਪਣੇ 4 ਪੈਰ ਮਤਲਬ ਕੀ ਹੈ, ਆਪਣੇ ਪੈਰਾਂ 'ਤੇ, ਆਪਣੀਆਂ ਟੰਗਾਂ ਦੇ ਸਹਾਰੇ ਚੱਲੂਗਾ, ਜਿਵੇਂ ਕਿ ਜਾਨਵਰ ਚੱਲਦੇ ਨੇ। ਘਰ ਦੇ ਵਿੱਚ ਰਹਿਣ ਵਾਲਾ ਬੱਚਾ ਉਵੇਂ ਹੀ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਭਾਸ਼ਾ ਬੋਲੂਗਾ, ਉਹਨਾਂ ਦੀ ਤਰ੍ਹਾਂ ਹੀ ਖਾਊਗਾ ਪੀਊਗਾ। ਠੀਕ ਹੈ, ਉਹਦੀ ਜਿਹੜੀ ਸਾਰੀ ਪਰਸਨੈਲਿਟੀ ਹੈ ਉਹ ਕੀ ਆਪਣੇ ਪੇਰੈਂਟਸ ਵਰਗੀ ਹੋਊਗੀ। ਬਟ ਜਿਹੜਾ ਜੰਗਲ ਦੇ ਵਿੱਚ ਰਹਿ ਰਿਹਾ ਬੱਚਾ, ਉਹਦੀ ਪਰਸਨੈਲਿਟੀ ਕੀ ਹੈ? ਐਨੀਮਲਸ ਦੀ ਤਰ੍ਹਾਂ ਹੋ ਜਾਊਗੀ। ਉਹ ਐਨੀਮਲਸ ਵਾਲਾ ਹੀ ਖਾਣਾ ਖਾਊਗਾ, ਐਨੀਮਲਸ ਵਾਂਗੂ ਹੀ ਬੋਲੂਗਾ। ਠੀਕ ਹੈ, ਉਹਨੂੰ ਕੀ ਉਹੀ ਭਾਸ਼ਾ ਸਮਝ ਆਉਣ ਲੱਗ ਜੂਗੀ। ਮਤਲਬ ਕੀ ਹੈ? ਵਾਤਾਵਰਨ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ, ਭਾਵੇਂ ਬੱਚੇ ਦੀ ਹੈਰੀਡਿਟੀ ਹੈ ਜਿਹੜੀ ਉਹ ਕੋਈ ਵੀ ਹੋਵੇ, ਭਾਵੇਂ ਬੱਚੇ ਦਾ ਵਿਰਸਾ ਕੋਈ ਵੀ ਹੋਵੇ, ਭਾਵੇਂ ਬੱਚੇ ਦਾ ਵਿਰਸਾ ਸੇਮ ਹੀ ਕਿਉਂ ਨਾ ਹੋਵੇ। ਉਹ ਅਲੱਗ ਅਲੱਗ ਜਗ੍ਹਾ 'ਤੇ ਅਗਰ ਰਹਿਣਗੇ, ਉਹਨਾਂ ਦਾ ਜਿਹੜਾ ਬਿਹੇਵੀਅਰ ਹੋਊਗਾ ਉਹ ਬਿਲਕੁਲ ਡਿਫਰੈਂਟ ਹੋਊਗਾ। ਹੁਣ ਇਸ ਤੋਂ ਮੈਨੂੰ ਇੱਕ ਸਟੋਰੀ ਯਾਦ ਆਈ, 2 ਪੰਛੀਆਂ ਦੀ ਸਟੋਰੀ। ਠੀਕ ਹੈ, ਉਹ ਕੀ ਹੈ? ਮਤਲਬ ਇੱਕ ਪੇੜ 'ਤੇ ਰਹਿ ਰਹੇ ਹੁੰਦੇ ਆਪਣੀ ਮਦਰ ਦੇ ਨਾਲ, ਬਹੁਤ ਜ਼ਿਆਦਾ ਸਟੋਰਮ ਆਉਂਦੀ ਹੈ, ਮਤਲਬ ਕੀ ਹੈ, ਤੂਫਾਨ ਝੱਖੜ ਆਉਂਦਾ, ਅਤੇ ਕੀ ਹੈ, ਉਹ ਅਲੱਗ ਅਲੱਗ ਹੋ ਜਾਂਦੇ ਆ। ਇੱਕ ਜਣਾ ਸ਼ਹਿਰ ਦੇ ਦੂਸਰੀ ਤਰਫ ਮਤਲਬ ਜਾ ਕੇ ਗਿਰ ਜਾਂਦਾ, ਅਤੇ ਇੱਕ ਜਿਹੜਾ ਪੰਛੀ ਹੁੰਦਾ ਬੇਬੀ ਮਤਲਬ ਬਰਡ ਹੁੰਦਾ, ਉਹ ਦੂਸਰੀ ਸਾਈਡ ਜਾ ਕੇ ਗਿਰ ਜਾਂਦਾ। ਇੱਕ ਸਾਈਡ ਕੀ ਹੈ? ਡਾਕੂ ਵਗੈਰਾ ਰਹਿ ਰਹੇ ਹੁੰਦੇ ਆ, ਅਤੇ ਦੂਸਰੀ ਸਾਈਡ ਕੀ ਹੈ? ਸਾਧੂ ਰਹਿੰਦਾ ਹੁੰਦਾ। ਠੀਕ ਹੈ, ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਲੱਗ ਗਿਆ ਡਾਕੂ ਕਿਸ ਤਰ੍ਹਾਂ ਦੇ ਹੋਣਗੇ ਅਤੇ ਸਾਧੂ ਕਿਸ ਤਰ੍ਹਾਂ ਦੇ ਹੋਣਗੇ। ਹੁਣ ਇਹਦੇ ਵਿੱਚ ਕੀ ਹੁੰਦਾ? ਇੱਕ ਤਰ੍ਹਾਂ ਨਾ ਇੱਕ ਦਿਨ ਪਤਾ ਕੀ ਹੁੰਦਾ ਵੀ ਇੱਕ ਪ੍ਰਿੰਸ ਆਉਂਦਾ। ਠੀਕ ਹੈ, ਰਾਜਕੁਮਾਰ ਆਉਂਦਾ, ਅਤੇ ਜਦੋਂ ਉਹ ਸ਼ਹਿਰ ਦੇ ਡਾਕੂ ਵਾਲੀ ਸਾਈਡ ਜਾਂਦਾ ਤਾਂ ਕੀ ਹੈ? ਜਿਹੜਾ ਉਹ ਪੰਛੀ ਹੁੰਦਾ, ਉਹ ਜਿਹੜੇ ਆਪਣੇ ਡਾਕੂ ਸਾਥੀ ਹੁੰਦੇ ਉਹਨਾਂ ਨੂੰ ਕਹਿੰਦਾ ਵੀ ਰਾਜਕੁਮਾਰ ਆ ਗਿਆ, ਰਾਜਕੁਮਾਰ ਆ ਗਿਆ। ਮਤਲਬ ਉਹਨਾਂ ਨੂੰ ਕੀ ਅਲਰਟ ਕਰ ਰਿਹਾ ਹੁੰਦਾ ਕਿ ਹੈ ਨਾ, ਤੁਸੀਂ ਉਹਨੂੰ ਲੁੱਟ ਲਓ ਆ ਕੇ, ਮਤਲਬ ਕਿ ਇਹਨੂੰ ਲੁੱਟ ਲਓ ਆ ਕੇ ਤੁਸੀਂ। ਉਹ ਮਤਲਬ ਐਵੇਂ ਉਹਨਾਂ ਨੂੰ ਅਲਰਟ ਕਰ ਰਿਹਾ ਹੁੰਦਾ, ਉਹਨਾਂ ਨੂੰ ਕਹਿ ਰਿਹਾ ਹੁੰਦਾ। ਦੂਸਰੀ ਤਰਫ ਜਦੋਂ ਉਹ ਪ੍ਰਿੰਸ ਕੀ ਹੈ ਦੂਸਰੀ ਤਰਫ ਜਾਂਦਾ ਸਾਧੂ ਵਾਲੀ ਸਾਈਡ 'ਤੇ, ਉਹ ਕੀ ਹੈ? ਜਿਹੜਾ ਪੰਛੀ ਹੁੰਦਾ ਉਹ ਕਹਿੰਦਾ ਆਓ ਤੁਹਾਡਾ ਸਵਾਗਤ ਹੈ, ਅੰਦਰ ਤੁਸੀਂ ਆਰਾਮ ਕਰ ਸਕਦੇ ਹੋ। ਠੀਕ ਹੈ, ਇਹ ਜਿਹੜਾ ਫਰਕ ਹੈ ਇਹ ਕਿਉਂ ਆਇਆ? ਕਿਉਂਕਿ ਜਿਹੜਾ ਸਾਧੂ ਸੀਗਾ ਉਹ ਕੀ ਹੈ? ਆਪਣੇ ਆਉਣ ਵਾਲੇ ਮਹਿਮਾਨਾਂ ਨੂੰ ਕੀ ਹੈ? ਉਹ ਐਵੇਂ ਬੋਲ ਕੇ ਗਰੀਟ ਕਰਦਾ ਸੀ ਕਿ ਆਓ ਤੁਹਾਡਾ ਸਵਾਗਤ ਹੈ, ਅੰਦਰ ਬੈਠ ਕੇ ਤੁਸੀਂ ਆਰਾਮ ਕਰੋ, ਪਾਣੀ ਪੀਓ। ਠੀਕ ਹੈ, ਪਰ ਜਿਹੜੇ ਡਾਕੂ ਹੁੰਦੇ ਆ ਉਹ ਕੀ ਕਰਦੇ ਆ? ਉਹ ਲੁੱਟਦੇ ਆ ਲੋਕਾਂ ਨੂੰ। ਉਹ ਕੀ ਇੱਕ ਦੂਜੇ ਨੂੰ ਐਵੇਂ ਕਹਿੰਦੇ ਆ ਜਾਓ, ਹੈ ਨਾ, ਵੀ ਰਾਜਕੁਮਾਰ ਆ ਗਿਆ ਜਾਂ ਰਾਜਾ ਆ ਗਿਆ, ਆਪਾਂ ਉਹਨਾਂ ਨੂੰ ਲੁੱਟ ਲਈਏ। ਤਾਂ ਉਸੇ ਤਰ੍ਹਾਂ ਪੰਛੀ ਬੋਲਣਾ ਸਿੱਖ ਗਿਆ। ਇਸ ਤੋਂ ਮਤਲਬ ਕੀ ਹੋਇਆ? ਮੈਂ ਤੁਹਾਨੂੰ ਕੀ ਸਮਝਾਉਣਾ ਚਾਹ ਰਹੀ ਹਾਂ ਵੀ ਚਾਹੇ ਉਹ ਦੋਨੇ ਇੱਕੋ ਹੀ ਪੇਰੈਂਟਸ ਦੇ ਬੱਚੇ ਸੀਗੇ, ਮਤਲਬ ਉਹਨਾਂ ਦਾ ਜਿਹੜਾ ਵੰਸ਼ ਸੀਗਾ ਉਹ ਇੱਕੋ ਹੀ ਸੀਗਾ, ਪਰ ਕੀ ਡਿਊ ਟੂ ਇਨਵਾਇਰਮੈਂਟ, ਉਹਨਾਂ ਦੇ ਵਾਤਾਵਰਨ ਕਾਰਨ ਉਹਨਾਂ ਦਾ ਜਿਹੜਾ ਬਿਹੇਵੀਅਰ ਉਹ ਬਿਲਕੁਲ ਅਲੱਗ ਸੀ, ਉਹ ਇੱਕ ਦੂਸਰੇ ਤੋਂ ਬਿਲਕੁਲ ਜ਼ਿਆਦਾ ਡਿਫਰੈਂਟ ਸੀਗਾ। ਹੁਣ ਇਸੇ ਤਰ੍ਹਾਂ ਆਪਾਂ ਮਤਲਬ ਹੋਰ ਵੀ ਜਿਵੇਂ ਸਟੋਰੀ ਸੁਣੀਆਂ ਨੇ ਕਿ ਇੱਕ ਮਤਲਬ ਬੱਚਾ ਹੁੰਦਾ, ਉਹਨੂੰ ਕਿ ਬਘਿਆੜ ਚੱਕ ਕੇ ਲੈ ਜਾਂਦਾ, ਛੋਟੇ ਹੁੰਦੇ ਨੂੰ ਹੀ ਬਘਿਆੜ ਚੱਕ ਕੇ ਲੈ ਜਾਂਦਾ, ਅਤੇ ਕੀ ਹੈ ਉਹ ਆਪਣੀ ਗੁਫਾ ਦੇ ਵਿੱਚ ਉਹਨੂੰ ਲੈ ਜਾਂਦਾ ਅਤੇ ਉਹ ਉੱਥੇ ਹੀ ਪਲਦਾ। ਉਹ ਬੱਚਾ ਕੀ ਹੈ? ਬਘਿਆੜ ਦੀ ਤਰ੍ਹਾਂ ਹੀ 4 ਪੈਰਾਂ 'ਤੇ ਚੱਲਣ ਲੱਗ ਜਾਂਦਾ ਅਤੇ ਉਸੇ ਤਰ੍ਹਾਂ ਹੀ ਖਾਣਾ ਖਾਂਦਾ, ਉਸੇ ਤਰ੍ਹਾਂ ਹੀ ਉਹਦੀ ਬੋਲੀ ਹੋ ਜਾਂਦੀ ਹੈ, ਚਾਲ ਢੰਗ, ਸਾਰਾ ਕੁਛ ਉਸੇ ਤਰ੍ਹਾਂ ਹੀ ਹੋ ਜਾਂਦਾ। ਮਤਲਬ ਕਿ ਇਹ ਵਾਤਾਵਰਨ ਦਾ ਵੀ ਬਹੁਤ ਜ਼ਿਆਦਾ ਕੀ ਹੈ ਇਫੈਕਟ ਪੈਂਦਾ ਬੱਚੇ ਦੇ ਡਿਵੈਲਪਮੈਂਟ ਉੱਤੇ। ਉਸ ਤੋਂ ਬਾਅਦ ਵਾਟਸਨ ਨੇ ਮਤਲਬ ਇੱਕ ਕਥਨ ਕਿਹਾ, ਮੈਨੂੰ ਕੋਈ ਬੱਚਾ ਦੇਵੋ
ਮੈਂ ਉਸ ਨੂੰ ਜੋ ਕਹੋ ਬਣਾ ਦੇਵਾਂਗਾ, ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਸਿਆਸਤਦਾਨ ਆਦਿ। ਸਿਆਸਤਦਾਨ ਮਤਲਬ ਕੀ ਹੈ, ਵਾਟਸਨ ਕੀ ਕਹਿੰਦਾ ਇਹ ਤੁਸੀਂ ਯਾਦ ਰੱਖਣਾ ਹੈ। ਇਹਦਾ ਕੁਐਸਚਨ ਆਇਆ ਹੋਇਆ ਪਹਿਲਾਂ ਵੀ, ਡਾਇਰੈਕਟ ਕੁਐਸਚਨ ਆਇਆ ਹੋਇਆ ਵੀ ਇਹ ਕਿਸ ਦਾ ਕਥਨ ਹੈ। ਸਿਆਸਤਦਾਨ ਇਹ ਮਤਲਬ ਕੀ ਕਹਿਣਾ ਚਾਹੁੰਦਾ ਹੈ, ਇਹ ਵੀ ਵਾਤਾਵਰਨ ਦਾ ਹੀ ਰੋਲ ਜਿਹੜਾ ਹੈ ਉਹਨੂੰ ਡਿਫਾਈਨ ਕਰ ਰਿਹਾ ਹੈ ਕਿ ਮੈਨੂੰ ਕੋਈ ਵੀ ਇੱਕ ਬੱਚਾ ਦੇ ਦਿਓ, ਚਾਹੇ ਉਹ ਕਿਸੇ ਵੀ ਵਿਰਸੇ ਤੋਂ ਕੀ ਹੈ ਬਿਲੋਂਗ ਕਰਦਾ ਹੋਵੇ, ਮੈਂ ਉਹਨੂੰ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਸਿਆਸਤਦਾਨ ਜੋ ਵੀ ਤੁਸੀਂ ਕਹੋਗੇ ਉਹੀ ਬਣਾ ਕੇ ਦਿਖਾਊਂਗਾ। ਇਹ ਕਹਿਣਾ ਚਾਹ ਰਿਹਾ ਵੀ ਸਿਰਫ ਉਹਨੂੰ ਉਸ ਤਰ੍ਹਾਂ ਦਾ ਇਨਵਾਇਰਮੈਂਟ ਚਾਹੀਦਾ ਹੈ, ਜੋ ਤੁਸੀਂ ਉਹਨੂੰ ਚਾਹੋਗੇ ਉਹ ਉਹੀ ਬਣ ਜਾਊਗਾ। ਠੀਕ ਹੈ। ਅਤੇ ਹੁਣ ਆਪਾਂ ਇੱਕ ਇੰਪੋਰਟੈਂਟ ਹੋਰ ਗੱਲ ਹੈ, ਇਹੀ ਆਪਣਾ ਅੱਜ ਦਾ ਲੈਕਚਰ ਸੀਗਾ। ਠੀਕ ਹੈ। ਇੱਕ ਹੋਰ ਇੰਪੋਰਟੈਂਟ ਗੱਲ ਤੁਹਾਡੇ ਨਾਲ ਆਪਾਂ ਤੁਹਾਨੂੰ ਇੱਕ ਸਮਝਾਉਣੀ ਹੈ। ਜਿਹੜਾ ਨੇਚਰ ਹੁੰਦਾ ਇਹ ਨੇਚਰ ਅਤੇ ਨਰਚਰ ਇਹ ਦੋਨੋਂ ਵਰਡਸ ਦੇ ਕੀ ਹੈ ਪੇਪਰ ਦੇ ਵਿੱਚ ਦੇਖਣ ਨੂੰ ਮਿਲੇ ਗਏ ਨੇ। ਨੇਚਰ ਕੀ ਹੈ, ਹੈਰੀਡਿਟੀ ਨੂੰ ਡਿਫਾਈਨ ਕਰਦਾ ਹੈ। ਨੇਚਰ ਕੀ ਹੈ, ਆਪਣੀ ਹੈਰੀਡਿਟੀ ਨੂੰ ਡਿਫਾਈਨ ਕਰਦਾ ਹੈ, ਜੋ ਕਿ ਆਪਾਂ ਨੂੰ ਨੇਚਰ ਦੁਆਰਾ ਮਿਲੀ ਗਈ ਹੈ, ਜੋ ਕਿ ਆਪਾਂ ਨੂੰ ਕੁਦਰਤ ਤੋਂ ਮਿਲੀ ਹੈ। ਠੀਕ ਹੈ। ਜਿਹੜੀ ਆਪਾਂ ਨੂੰ ਕੁਦਰਤੀ ਮਿਲੀ ਹੈ ਉਹ ਕੀ ਹੈ, ਹੈਰੀਡਿਟੀ। ਨਰਚਰ ਕੀ ਹੁੰਦਾ, ਉਸ ਦੇ ਉਲਟ ਨਰਚਰ ਹੁੰਦਾ ਹੈ ਪਾਲਣਾ, ਪਾਲਣ ਪੋਸ਼ਣ। ਨਰਚਰ ਦੇ ਵਿੱਚ ਆ ਗਿਆ ਪਾਲਣ, ਆਪਣਾ ਪਾਲਣ ਪੋਸ਼ਣ। ਠੀਕ ਹੈ। ਪਾਲਣ ਪੋਸ਼ਣ ਆ ਗਿਆ ਆਪਣਾ ਨਰਚਰ ਦੇ ਵਿੱਚ। ਇਹਦੇ ਵਿੱਚ ਆ ਜਾਂਦਾ ਆਪਣਾ ਇਨਵਾਇਰਮੈਂਟ। ਇਹ ਤੁਸੀਂ ਯਾਦ ਰੱਖਣਾ ਹੈ ਵੀ ਨਰਚਰ ਦੇ ਵਿੱਚ ਕੀ ਆਉਂਦਾ ਹੈ ਅਤੇ ਨੇਚਰ ਦੇ ਵਿੱਚ ਕੀ ਆਉਂਦਾ। ਨੇਚਰ ਦੇ ਵਿੱਚ ਹੈਰੀਡਿਟੀ, ਨਰਚਰ ਦੇ ਵਿੱਚ ਆਪਣਾ ਇਨਵਾਇਰਮੈਂਟ ਆ ਜਾਂਦਾ ਹੈ। ਇਹ ਜਿਹੜਾ ਇਨਵਾਇਰਮੈਂਟ ਹੈ, ਨਰਚਰ ਦੇ ਵਿੱਚ ਜਿਹੜਾ ਇਨਵਾਇਰਮੈਂਟ ਹੈ, ਇਹ ਇਨਵਾਇਰਮੈਂਟ ਮਾਂ ਦੀ ਗਰਭ ਤੋਂ ਲੈ ਕੇ ਉਹਦੇ ਜਨਮ ਤੋਂ ਬਾਅਦ ਵਾਲਾ ਸਾਰਾ ਇਨਵਾਇਰਮੈਂਟ ਕੀ ਹੈ, ਨਰਚਰ ਕਹਿਲਾਉਂਦਾ, ਪਾਲਣ ਪੋਸ਼ਣ। ਠੀਕ ਹੈ। ਮੈਂ ਤੁਹਾਡੇ ਨਾਲ ਪਹਿਲਾਂ ਵੀ ਡਿਸਕਸ ਕਰ ਚੁੱਕੀ ਹਾਂ ਕਿ ਮਾਂ ਦੀ ਗਰਭ ਦੇ ਵਿੱਚ ਜਦੋਂ ਬੱਚਾ ਕੀ ਹੈ ਆ ਜਾਂਦਾ, ਉਦੋਂ ਤੋਂ ਹੀ ਉਹਨੂੰ ਹਰ ਇੱਕ ਚੀਜ਼ ਇਫੈਕਟ ਕਰਨੀ ਸ਼ੁਰੂ ਕਰ ਦਿੰਦੀ ਹੈ। ਜਿਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿੱਚ ਮਦਰ ਰਹੂਗੀ ਉਸੇ ਤਰ੍ਹਾਂ ਦਾ ਕੀ ਹੈ ਬੱਚਾ ਬਣੂਗਾ। ਅਗਰ ਮਦਰ ਦੇ ਆਲੇ ਦੁਆਲੇ ਕੀ ਹੈ ਵਧੀਆ ਮਾਹੌਲ ਨਹੀਂ ਹੈਗਾ, ਲੜਾਈ ਝਗੜੇ ਦਾ ਮਾਹੌਲ ਹੈ, ਤਾਂ ਕੀ ਇਹ ਬੱਚਾ ਉਸੇ ਤਰ੍ਹਾਂ ਦਾ ਹੀ ਚਿੜਚਿੜਾ ਪੈਦਾ ਹੋਊਗਾ। ਅਗਰ ਮਦਰ ਦੇ ਆਲੇ ਦੁਆਲੇ ਮਤਲਬ ਬਹੁਤ ਜ਼ਿਆਦਾ ਵਧੀਆ ਮਾਹੌਲ ਹੈ, ਕੇਅਰ ਵਾਲਾ ਮਾਹੌਲ ਹੈ, ਤਾਂ ਬੱਚਾ ਕੀ ਹੈ ਹੈਲਦੀ ਬਣ ਕੇ ਪੈਦਾ ਹੋਊਗਾ। ਠੀਕ ਹੈ। ਉਸੇ ਤਰ੍ਹਾਂ ਕੀ ਹੈਰੀਡਿਟੀ ਦੇ ਵਿੱਚ ਨੇਚਰ ਦੇ ਵਿੱਚ ਕੀ ਆ ਜਾਂਦੀ ਹੈ, ਹੈਰੀਡਿਟੀ। ਹੁਣ ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਕੁੱਤੇ ਦੀ। ਠੀਕ ਹੈ। ਕੁੱਤੇ ਦੀ ਐਗਜ਼ਾਮਪਲ ਲੈ ਲੈਂਦੇ ਹਾਂ ਆਪਾਂ। ਜਿਹੜੀ ਕੁੱਤੇ ਦੀ ਪੂੰਛ ਹੁੰਦੀ ਹੈ ਤੁਸੀਂ ਦੇਖੀ ਹੋਊਗੀ, ਉਹ ਹਮੇਸ਼ਾ ਕੀ ਹੈ ਟੇਢੀ ਹੀ ਰਹਿੰਦੀ ਹੈ। ਉਹਨੂੰ ਹੈਰੀਡਿਟੀ ਦੇ ਵਿੱਚੋਂ ਮਿਲੀ ਹੋਈ ਹੈ, ਚਾਹੇ ਉਹਨੂੰ ਤੁਸੀਂ ਸਿੱਧੀ ਕਰਨ ਲਈ ਕਿੰਨੀ ਵੀ ਕੋਸ਼ਿਸ਼ ਕਰ ਲਓ, ਪਰ ਉਹਦੀ ਜਿਹੜੀ ਪੂੰਛ ਹੈ ਉਹ ਟੇਢੀ ਦੀ ਟੇਢੀ ਹੀ ਰਹੂਗੀ। ਠੀਕ ਹੈ। ਚਾਹੇ ਤੁਸੀਂ ਉਹਦੇ ਨਾਲ ਉਹਨੂੰ ਕਿਸੇ ਚੀਜ਼ ਦੇ ਨਾਲ ਬੰਨ੍ਹ ਦਿਓ, ਉਹਦੇ ਉੱਤੇ ਕੁਛ ਵੀ ਮਤਲਬ ਬੰਨ੍ਹ ਦਿਓ ਉਹਦੀ, ਪਰ ਜਿਹੜੀ ਪੂੰਛ ਆ ਉਹ ਸਿੱਧੀ ਨਹੀਂ ਹੋ ਸਕਦੀ, ਕਿਉਂਕਿ ਉਹਨੂੰ ਹੈਰੀਡਿਟੀ ਦੇ ਵਿੱਚੋਂ ਮਿਲ ਗਈ। ਆਪਾਂ ਸਟਾਰਟਿੰਗ ਦੇ ਵਿੱਚ ਇਹ ਗੱਲ ਕੀਤੀ ਸੀ ਵੀ ਜਿਹੜੀ ਹੈਰੀਡਿਟੀ ਹੈ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਇਨਵਾਇਰਮੈਂਟ ਨੂੰ ਆਪਾਂ ਬਦਲ ਸਕਦੇ ਹਾਂ। ਠੀਕ ਹੈ। ਹੈਰੀਡਿਟੀ ਨੋਟ ਚੇਂਜੇਬਲ, ਬਦਲੀ ਨਹੀਂ ਜਾ ਸਕਦੀ। ਬਟ ਕੀ ਹੈ ਜਿਹੜਾ ਇਨਵਾਇਰਮੈਂਟ ਇਹਨੂੰ ਬਦਲ ਸਕਦੇ ਹਾਂ। ਹੁਣ ਅਗਰ ਮਾਂ ਦੇ ਆਲੇ ਦੁਆਲੇ ਕੀ ਇਹ ਲੜਾਈ ਦਾ ਮਾਹੌਲ ਹੈ, ਆਪਾਂ ਅਗਰ ਕੋਸ਼ਿਸ਼ ਕਰੀਏ ਤਾਂ ਉਹਨੂੰ ਪਿਆਰ ਦੇ ਵਿੱਚ ਬਦਲ ਸਕਦੇ ਹਾਂ। ਅਗਰ ਪਿਆਰ ਦਾ ਮਾਹੌਲ ਹੈ, ਆਪਾਂ ਚਾਹੁੰਦੇ ਹਾਂ ਆਪਾਂ ਲੜਾਈ ਵਾਲਾ ਮਾਹੌਲ ਵੀ ਬਣਾ ਸਕਦੇ ਹਾਂ। ਠੀਕ ਹੈ। ਤਾਂ ਇਹੀ ਸੀ ਆਪਣਾ ਹੈਰੀਡਿਟੀ ਐਂਡ ਇਨਵਾਇਰਮੈਂਟ। ਐਂਡ ਅਗੇਨ ਮੈਂ ਤੁਹਾਨੂੰ ਦੱਸ ਰਹੀ ਹਾਂ ਡਿਵੈਲਪਮੈਂਟ ਕੀ ਹੈ, ਹੈਰੀਡਿਟੀ ਅਤੇ ਇਨਵਾਇਰਮੈਂਟ ਦੋਨਾਂ ਦਾ ਮਿਲ ਕੇ ਕੀ ਹੈ ਉਪਜ, ਇਹਨਾਂ ਦੋਨਾਂ ਦੀ ਮਿਲਾ ਕੇ ਹੀ ਉਪਜ, ਇਹਨਾਂ ਦੋਨਾਂ ਤੋਂ ਹੀ ਮਿਲ ਕੇ ਬਣਦਾ। ਉਸ ਤੋਂ ਬਾਅਦ ਕੀ ਹੈ ਡਿਵੈਲਪਮੈਂਟ ਦਾ ਜਿਹੜਾ ਸਾਰਾ ਇਹ ਕੰਸੈਪਟ ਹੈ ਇਹ ਕੀ ਹੈ ਹੈਵੀਗਸਟ ਨੇ ਦਿੱਤਾ ਸੀ। ਹੈਵੀਗਸਟ ਨੇ, ਇਹ ਤੁਸੀਂ ਯਾਦ ਰੱਖਣਾ ਕਿਹਨੇ ਦਿੱਤਾ ਸੀ, ਹੈਵੀਗਸਟ ਨੇ। ਥੈਂਕ ਯੂ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਲੈਕਚਰ ਵਧੀਆ ਲੱਗਿਆ ਹੋਊਗਾ। ਅਗਰ ਤੁਹਾਨੂੰ ਸਭ ਨੂੰ ਲੈਕਚਰ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣੀਆਂ ਪ੍ਰੋਬਲਮਸ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ, ਤੁਹਾਡੀਆਂ ਪ੍ਰੋਬਲਮਸ ਦਾ ਸੋਲਿਊਸ਼ਨ ਤੁਹਾਨੂੰ ਦਿੱਤਾ ਜਾਊਗਾ। ਧਿਆਨ ਦੇ ਨਾਲ ਸਭ ਨੇ ਲੈਕਚਰ ਸੁਣਨਾ ਹੈ।
ਤਾਂ ਹੀ ਤੁਸੀਂ ਜਿਹੜੇ MCQs ਨੇ ਉਹ ਸੋਲਵ ਕਰ ਸਕੋਗੇ। ਜਦੋਂ ਤੁਸੀਂ ਪ੍ਰੋਪਰਲੀ ਲੈਕਚਰ ਸੁਣ ਲਏ ਆਪਾਂ ਉਸ ਤੋਂ ਬਾਅਦ MCQs ਕਰਾਂਗੇ, ਬਿਕੋਜ਼ MCQs ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਜਿੰਨੇ ਜ਼ਿਆਦਾ ਤੁਸੀਂ MCQ ਕਰੋਗੇ ਓਨਾ ਜ਼ਿਆਦਾ ਤੁਹਾਨੂੰ ਪਤਾ ਲੱਗੂਗਾ, ਓਨਾ ਜ਼ਿਆਦਾ ਹੀ ਤੁਹਾਡੇ ਪੇਪਰ ਕਲੀਅਰ ਹੋਣ ਦੇ ਚਾਂਸਿਸ ਨੇ, ਕਿਉਂਕਿ MCQ ਕਰਕੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਪੇਪਰ ਦੇ ਵਿੱਚ ਆਪਾਂ ਨੂੰ ਕਿਸ ਤਰ੍ਹਾਂ ਦੇ ਕੁਐਸਚਨਸ ਦੇਖਣ ਨੂੰ ਮਿਲ ਸਕਦੇ ਆ। ਉਸ ਤੋਂ ਹੀ ਆਪਣੀ ਨੌਲੇਜ ਦੇ ਵਿੱਚ ਕੀ ਹੈ ਜ਼ਿਆਦਾ ਵਾਧਾ ਹੁੰਦਾ ਹੈ। ਥੈਂਕ ਯੂ, ਹੈਵ ਅ ਨਾਈਸ ਡੇ।